morning, my dear students. Today we are going to discuss sentences in grammar, types of sentences, structure, ਬਣਤਰ ਢਾਂਚਾ ਵਾਕਾਂ ਦਾ ਕਿਵੇਂ ਬਣਦਾ। ਵੈਸੇ ਤੇ ਇਹ ਤੁਸੀਂ 7ਵੀਂ 8ਵੀਂ ਦੇ ਲੈਵਲ ਤੋਂ ਕਰਦੇ ਆ ਰਹੇ ਹੋ, ਬਟ ਸਟਿਲ ਫॉर योर क्विक रिवीजन मैं थोड़ा टाइप्स ऑफ सेंटेंसेस ਤੇ ਉਹਨਾਂ ਦੇ ਸਟਰਕਚਰ ਦੀ ਗੱਲ ਕਰਾਂਗਾ। आओ देखते हैं। सोहन plays hockey daily. Very simple sentence. ਕਿਹੜਾ ਸੈਂਟੈਂਸ ਹੈ ਇਹ? ਪੋਜ਼ਿਟਿਵ ਅਫਰਮੇਟਿਵ ਸੈਂਟੈਂਸ। ਕਿਵੇਂ ਪਤਾ ਲੱਗਦਾ ਹੈ? ਸਭ ਤੋਂ ਪਹਿਲਾਂ ਅਸੀਂ ਐਕਸ਼ਨ ਵਰਡ ਜਾਂ ਉਹ ਵਰਡ ਜਿਹੜਾ ਸਬਜੈਕਟ ਬਾਰੇ ਕੁਝ ਦੱਸ ਰਿਹਾ ਉਹ ਦੇਖਦੇ ਹਾਂ। ਦੈਟ ਇਜ਼ ਵਰਬ। ਵਰਬ ਦੀ ਫਸਟ ਫਾਰਮ ਉਹਦੇ ਨਾਲ ਐਸ ਲੱਗੀ ਹੈ। ਇਸ ਤੋਂ ਪਹਿਲਾਂ ਡੂਅਰ ਹੈ ਜਾਂ ਜਿਸ ਬਾਰੇ ਗੱਲ ਹੋ ਰਹੀ ਹੈ, ਐਕਸ਼ਨ ਕੌਣ ਕਰ ਰਿਹਾ? ਸੋਹਨ। ਤਾਂ ਇਹ ਸਬਜੈਕਟ ਹੋ ਗਿਆ। ਸੋਹਨ ਪਲੇਜ਼, ਇਸ ਸਟਾਰ ਦੀ ਗੱਲ ਕਰਾਂਗੇ। ਵਾਟ, ਤਾਂ ਜਵਾਬ ਕੀ ਆ ਰਿਹਾ? ਹਾਕੀ। ਇਹ ਸਾਡਾ ਆਬਜੈਕਟ ਹੈ। ਤੇ ਫਿਰ ਕੁਐਸਚਨ ਹੈ WH ਜਾਂ HW ਕੁਐਸਚਨ ਹੈ ਹਾਊ ਆਫਨ, ਡੇਲੀ। ਤਾਂ ਇਹ ਐਡਵਰਬੀਅਲ ਹੋ ਜਾਂਦਾ ਹੈ। ਇੱਕ ਵਾਕ ਦੇ ਬਣਤਰ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਸਮਝਣ ਦੀ ਲੋੜ, ਉਹ ਤਿੰਨ ਚੀਜ਼ਾਂ ਤੇ ਕੇਂਦਰਿਤ ਹੈ: ਵਰਬ, ਸਬਜੈਕਟ, ਆਬਜੈਕਟ। ਤੇ ਚੌਥੀ ਚੀਜ਼ ਕੰਪਲੀਮੈਂਟ ਜਾਂ ਐਡਵਰਬੀਅਲਸ ਆ ਜਾਂਦੇ ਆ। ਇਹ ਅਫਰਮੇਟਿਵ ਸੈਂਟੈਂਸ ਕਿਵੇਂ ਹੈ? ਕਿਉਂਕਿ ਇਹ 'ਚ ਨਾ ਤਾਂ ਕੋਈ ਨਕਾਰਾਤਮਕ ਗੱਲ ਕੀਤੀ ਗਈ ਹੈ, ਨਾ ਹੀ ਇਹ 'ਚ ਕੋਈ ਪ੍ਰਸ਼ਨ ਵਾਲੀ ਗੱਲ ਕੀਤੀ ਗਈ ਹੈ, ਤੇ ਨਾ ਹੀ ਕੋਈ ਹੈਰਾਨੀ ਵਾਲੀ ਜਾਂ ਕੋਈ ਹੋਰ ਦੁੱਖ ਜਾਂ ਖੁਸ਼ੀ ਵਾਲੀ ਉਸ ਤਰ੍ਹਾਂ ਦੀ ਗੱਲ ਹੈ। ਸਿੰਪਲ ਇੱਕ ਡੈਕਲੇਰੇਟਿਵ ਸੈਂਟੈਂਸ ਹੈ, ਇੱਕ ਗੱਲ ਦੱਸੀ ਜਾ ਰਹੀ ਹੈ, ਇਸ ਲਈ ਇਸ ਨੂੰ ਡੈਕਲੇਰੇਟਿਵ ਸੈਂਟੈਂਸ ਵੀ ਕਹਿੰਦੇ ਆ। ਅਫਰਮੇਟਿਵ ਸੈਂਟੈਂਸ ਹੈ। ਅਫਰਮੇਟਿਵ ਜਿਹਨੂੰ ਆਪਾਂ ਹਾਂ ਵਾਚਕ ਵਾਕ ਕਹਿ ਦਿੰਦੇ ਆ। ਅਸੀਂ ਆਮ ਦੇਸੀ ਢੰਗ ਨਾਲ ਇਸ ਨੂੰ ਪੋਜ਼ਿਟਿਵ ਸੈਂਟੈਂਸ ਵੀ ਕਹਿ ਦਿੰਦੇ ਆ। ਤਾਂ ਇਹਦਾ ਫਾਰਮੂਲਾ ਕੀ ਹੋ ਗਿਆ? ਸਬਜੈਕਟ, ਵਰਬ, ਆਬਜੈਕਟ। ਅਸੀਂ ਪਹਿਲੇ ਤਿੰਨ ਚੀਜ਼ਾਂ ਲੈ ਲੈਂਦੇ ਆ, SVO। ਸਬਜੈਕਟ, ਵਰਬ, ਆਬਜੈਕਟ। ਜ਼ਰੂਰੀ ਨਹੀਂ ਆਬਜੈਕਟ ਹੋਵੇ ਹਰੇਕ ਸੈਂਟੈਂਸ ਵਿੱਚ। ਸਮਟਾਈਮਸ ਸਬਜੈਕਟ ਤੇ ਵਰਬ ਵੀ ਹੋ ਸਕਦਾ। ਅਸੀਂ ਕਹਿ ਸਕਦੇ ਹਾਂ ਸੋਹਨ ਪਲੇਜ਼, ਸੋਹਨ ਖੇਡਦਾ, ਉਹਦਾ ਪ੍ਰੋਫੈਸ਼ਨ ਹੈ, ਉਹਦਾ ਕੰਮ ਹੈ, ਉਹ ਖੇਡਦਾ। ਜਿਵੇਂ ਅਸੀਂ ਕਹਿ ਸਕਦੇ ਹਾਂ ਸੋਹਨ ਪਲੇਜ਼ ਫॉर ਇੰਡੀਆ, ਤਾਂ ਸੋਹਨ ਇੰਡੀਆ ਲਈ ਖੇਡਦਾ। ਇਹਦਾ ਮਤਲਬ ਸਾਨੂੰ ਪਤਾ ਸੋਹਨ ਕੀ ਖੇਡਦਾ, ਤਾਂ ਅਸੀਂ ਸਿੰਪਲ ਉਹਦੇ ਐਕਸ਼ਨ ਬਾਰੇ ਦੱਸਿਆ। ਸੋ ਇਹ ਹਾਂ ਵਾਚਕ ਵਾਕ ਨੇ। ਫਾਰਮੂਲਾ ਤੁਹਾਨੂੰ ਦੱਸ ਦਿੱਤਾ ਹੈ, ਸਬਜੈਕਟ, ਵਰਬ, ਆਬਜੈਕਟ। ਸੈਕੰਡ ਟਾਈਪ ਆਫ ਸੈਂਟੈਂਸ ਜੋ ਹੈ, ਇਸੇ ਨੂੰ ਅਸੀਂ ਅਗਰ ਨਕਾਰਾਤਮਕ ਢੰਗ ਨਾਲ ਕਹਾਂਗੇ, ਸੋਹਨ ਡਜ਼ ਨਾਟ ਪਲੇ ਹਾਕੀ ਡੇਲੀ। ਤਾਂ ਇਹਦੇ ਵਿੱਚ ਇੱਕ ਚੇਂਜ ਕੀ ਆਈ ਹੈ? ਹੈਲਪਿੰਗ ਵਰਬ ਫॉलोड ਬਾय ਨਾਟ। ਇਹ ਦੋ ਚੀਜ਼ਾਂ ਆਈਆਂ ਨੇ। ਸੋ ਡੂਅਰ, ਕਰਤਾ, ਜਿਸ ਦੀ ਗੱਲ ਕੀਤੀ ਜਾ ਰਹੀ ਹੈ, ਉਹ ਸਬਜੈਕਟ। ਇਹ ਹੈਲਪਿੰਗ ਵਰਬ ਹੈ, ਆਕਸਿਲਰੀ ਵਰਬ ਵੀ ਕਹਿ ਦਿੰਦੇ ਆ। ਇਹ ਐਕਸ਼ਨ ਵਰਬ ਹੈ। ਹੈਲਪਿੰਗ ਵਰਬ ਤੋਂ ਬਾਅਦ ਵਰਬ ਆ ਗਿਆ, ਇਹਦੀ ਫਸਟ ਫਾਰਮ ਲੱਗੀ ਹੈ, ਫॉलोड ਬਾय ਆਬਜੈਕਟ ਐਂਡ ਐਡਵਰਬੀਅਲ। ਫ੍ਰੀਕੁਐਂਸੀ ਦੀ ਗੱਲ ਕਰ ਰਹੇ ਆ, ਕਿੰਨੀ ਵਾਰੀ? ਡੇਲੀ। ਸੋ ਇਹਦੇ ਵਿੱਚ ਅਗਰ ਅਸੀਂ ਇਹਦਾ ਫਾਰਮੂਲਾ ਬਣਾਈਏ ਸਟਰਕਚਰ ਦਾ, ਤਾਂ ਪਹਿਲਾ ਹਰੇਕ ਸ਼ਬਦ ਦਾ ਹਰੇਕ ਵਰਡ ਦਾ ਪਹਿਲਾ ਸ਼ਬਦ ਲੈ ਰਹੇ ਹਾਂ ਸਬਜੈਕਟ, ਹੈਲਪਿੰਗ ਵਰਬ, ਨਾਟ, ਵਰਬ, ਆਬਜੈਕਟ। ਤਾਂ ਇਹ ਸ਼ਾਰਟ ਵਿੱਚ ਕੀ ਬਣ ਗਿਆ? SHNVO। SHNVO।
तो ये नैगेटिव सेंटेंस हो गया। थर्ड है, अगर इस हेल्पिंग वर्ब नूं असीं अगे ले आने हैं तो की बन जाएगा, तो फिर नैचुरली सब्जेक्ट पिछे आ जाता है। डज सोहन प्ले हॉकी डेली। सो ਇਹਦੇ ਵਿੱਚ ਕੀ है, हेल्पिंग वर्ब सब तो पहला आ गया, फॉलोड बाय सब्जेक्ट जो डूअर है जिसकी गल हो रही है, एक्शन शोइंग वर्ड वर्ब है, फॉलोड बाय ऑब्जेक्ट, देन एडवर्बियल। सो ਇਹਦਾ फार्मूला की हो गया, सब तो पहला की लवांगे एच हेल्पिंग वर्ब, फिर सब्जेक्ट, फिर वर्ब, फिर ऑब्जेक्ट, पीछे साइन ऑफ इंटरोगेशन HSVO। ਇਹ ਬਣ ਗਿਆ ਹੈਲਪਿੰਗ ਵਰਬ, ਸਬਜੈਕਟ, ਵਰਬ, ਆਬਜੈਕਟ। ਇਹ ਸ਼ਾਰਟ ਫਾਰਮੂਲੇ ਤੁਹਾਨੂੰ ਯਾਦ ਰੱਖਣ ਲਈ ਕਿਸੇ ਚੀਜ਼ ਨੂੰ ਸ਼ਾਰਟ ਵਿੱਚ ਕਿ ਸੈਂਟੈਂਸ ਕਿਵੇਂ ਬਣਦੇ ਨੇ, ਬਹੁਤ ਹੈਲਪਫੁਲ ਹੋਣਗੇ ਤੁਹਾਨੂੰ ਹਮੇਸ਼ਾ। ਕੁਝ ਵੀ ਕਰਨਾ ਇੰਗਲਿਸ਼ ਵਿੱਚ, ਰਾਈਟਿੰਗ ਕਰਨੀ ਹੈ, ਰੀਡਿੰਗ ਕਰਨੀ ਹੈ, ਤੁਹਾਨੂੰ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਪਏਗੀ। फोर्थ नंबर ते सेंटेंस कई बार असीं नेगेटिव इंट्रोगेटिव इकट्ठा भी कह दिंदे हैं कि सोहन हॉकी हर रोज नहीं खेलता है, तो इहदे विच की आ जाएगा, हेल्पिंग वर्ब उसी तरह अगे आ जाएगा, डज सोहन नॉट प्ले हॉकी डेली। सो इस विच की हो रहा है, तुसी देखो एक चेंज आई है, हेल्पिंग वर्ब फॉलोड बाय सब्जेक्ट, फॉलोड बाय नॉट, एन ले लिया, वर्ब दा वी ले लिया, ऑब्जेक्ट। सो इस विच असी इहदा फार्मूला पहला गल करांगे, हेल्पिंग वर्ब, सब्जेक्ट, नॉट, वर्ब ते ऑब्जेक्ट। तां इह बन गया HSNVO। हाले मोटे तौर पर अपने चार सेंटेंसेस की गल करते हैं। एक मैं कहा सी स्टार की गल करते हैं। किसी भी सेंटेंस के विच बहुत जरूरी होंदा है पता लगाना कि इहदा सब्जेक्ट किहड़ा है, इहदा वर्ब किहड़ा है ते इहदा ऑब्जेक्ट किहड़ा है। सब्जेक्ट मैं जदों भी लिखिया इहदे बारे तुहानूं दसदा रहा कि डूअर हुंदा है, पर जरूरी नहीं हर बारी डूअर होवे। जिस दी गल कीती जा रही है, जिवें इस सोहन की गल बेसिकली कर रहे हैं, सोहन बारे कुछ दसिया जा रहा है, यह सब्जेक्ट हो गया। ज्यादातर जो वॉइस के सेंटेंसेस आते हैं वो डूअर होता है, तो वर्ब एक्शन शो करता है सब्जेक्ट द्वारा किया होया, ਜਾਂ फिर वर्ब सब्जेक्ट द्वारा बारे डिस्क्राइब करता है, कुछ ਉਹਦੇ बारे कुछ दसदा है। जिवें सोहन बारे की दसदा है कि खेडदा है, खेडदा कौन है, सोहन। अगे वर्ब तो बाद क्वेश्चन रेज होंदा है, सोहन खेडदा है, सोहन प्लेज व्हाट, की, तो जवाब की है हॉकी। सो ये जो स्टार है मैं इसकी थॉं पे लिखांगा इंग्लिश विच व्हाट, हू, whom, वक्त तो वक्त विच भी हो सकता है। पंजाबी विच की, कौन, किसने, किसनू। ये बच्चों बहुत हेल्प करेगा तुहानू स्टार क्वेश्चन। किसी भी सेंटेंस विच अगर सब्जेक्ट देखना है, चेक करना है हैगा भी है कि नहीं, या किहड़ा है, या कितना क वड्डा है, कई बार मोर देन वन वर्ड भी हो सकता है, तो फिर उत्थे असीं एक क्वेश्चन पूछांगे जस्ट बिफोर अ वर्ब। अगर हेल्पिंग वर्ब है तो हेल्पिंग वर्ब तो पहला, तो हू प्लेज हॉकी, सोहन, क्योंकि आंसर साडा पर्सन इत्थे हू आ गया। पंजाबी च बहुत ईजी है, की खेडदा है हॉकी नहीं आया, कौन खेडदा है हॉकी आ गया जवाब सोहन। सो ये चार क्वेश्चनों चों अगर किसी एक का जवाब आ जाता है क्वेश्चन विचों, तो जो भी जवाब आएगा वो साडा सब्जेक्ट होएगा। सो कहने का मतलब है कि एक वर्ब ले लो, मिडल पॉइंट है। अब वर्ब तो पहला अगर असी स्टार क्वेश्चन पूछते हैं, जो भी जवाब आएगा वो साडा होएगा सब्जेक्ट। ए सेम क्वेश्चन स्टार क्वेश्चन अगर तुसी वर्ब तो बाद बिल्कुल इमीडिएटली आफ्टर वर्ब पूछते हो, तो जो भी जवाब आएगा वो हो जाएगा साडा ऑब्जेक्ट। सो
This is how to find out a subject or an object in a sentence. सो ये बहुत काम आने वाली चीज है, इसको नोट कर लो, चंगी तरह प्रैक्टिस करो, सेंटेंसेस बना के देखो या बने बनाए देखो। रीडिंग जो करते हो सेंटेंसेस ਤੁਹਾਡੇ सामने है, कुछ भी पढ़ रहे हो, ਤੁਸੀਂ ਨੋਟਸ ਦੇਖ ਰਹੇ ਹੋ, ਆਪਣੀ ਬੁੱਕਸ ਦੇ ਲੈਸਨਸ ਦੇਖ ਰਹੇ ਹੋ, ਤਾਂ ਉਹਨਾਂ ਨੂੰ ਦੇਖੋ, ਉਹਦੇ ਵਿੱਚ ਸਬਜੈਕਟ ਆਬਜੈਕਟ ਲੱਭਣ ਦੀ ਕੋਸ਼ਿਸ਼ ਕਰੋ, ਵਰਬ ਵਗੈਰਾ। ਸੋ ਸਬਜੈਕਟ, ਵਰਬ ਤੇ ਆਬਜੈਕਟ ਦੀ ਗੱਲ ਕੀਤੀ। ਸਟਰਕਚਰ ਦੀ ਗੱਲ ਹੋਈ ਕਿ ਸਬਜੈਕਟ ਫੋਲੋਡ ਬਾय ਵਰਬ ਫੋਲੋਡ ਬਾय ਆਬਜੈਕਟ ਐਂਡ ਦੈਨ ਐਡਵਰਬੀਅਲ। ਸਮੇਂ ਦੀ ਗੱਲ ਹੋ ਰਹੀ ਹੈ, ਥਾਂ ਦੀ ਗੱਲ ਹੋ ਸਕਦੀ ਹੈ, ਕਾਰਨ ਦੀ ਗੱਲ ਹੋ ਸਕਦੀ ਹੈ, ਸੋ ਮੈਨਰ ਦੀ ਗੱਲ ਹੋ ਸਕਦੀ ਹੈ, ਤਰੀਕਾ ਕਿ ਕੰਮ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਇਸ ਦੇ ਵਿੱਚ ਨੈਗੇਟਿਵ ਸੈਂਟੈਂਸ ਵਿੱਚ ਜਿਵੇਂ ਫਾਰਮੂਲਾ ਦੱਸਿਆ, ਸਬਜੈਕਟ ਫੋਲੋਡ ਬਾय ਹੈਲਪਿੰਗ ਵਰਬ ਫੋਲੋਡ ਬਾय ਨॉट ਦੈਨ ਵਰਬ ਦੈਨ ਆਬਜੈਕਟ। ਯਾਦ ਰੱਖਣਾ ਇੰਟਰੋਗੇਟਿਵ ਸੈਂਟੈਂਸ ਜਿਹੜਾ ਹੈ ਇਹਦੇ ਵਿੱਚ ਜਿਹਨੂੰ ਇਹਨੂੰ ਅਸੀਂ ਯੈਸ ਨੋ ਕੁਐਸਚਨ ਵਾਲਾ ਵੀ ਕਹਿੰਦੇ ਹਾਂ, ਕਿਉਂਕਿ ਦੋ ਤਰ੍ਹਾਂ ਦੇ ਇੰਟਰੋਗੇਟਿਵ ਸੈਂਟੈਂਸਸ ਹੁੰਦੇ ਆ। ਇੱਕ ਹੁੰਦੇ ਜਿਹੜੇ WH ਵਰਡ ਜਾਂ HW ਯਾਨੀ ਹੂ ਜਾਂ ਹਾਊ, ਇਹਨਾਂ ਨਾਲ ਰਿਲੇਟਡ ਵਰਡਸ ਹੁੰਦੇ ਆ WH ਤੇ HW ਵਾਲੇ। ਤਾਂ ਅਗਰ ਉਹ ਕੁਐਸਚਨਸ ਹੈ ਉਹਨਾਂ ਦਾ ਜਵਾਬ ਯੈਸ ਨੋ ਚ ਨਹੀਂ ਹੁੰਦਾ। ਹੂਜ਼ ਯੋਰ ਫਾਦਰ, ਤਾਂ ਅਸੀਂ ਆਪਣਾ ਪਿਤਾ ਜੀ ਦਾ ਨਾਮ ਦੱਸਾਂਗੇ ਕਿ ਮਿਸਟਰ ਰਾਮ ਸਿੰਘ ਇਜ਼ ਮਾਈ ਫਾਦਰ। ਸੋ ਐਸੇ ਤਰ੍ਹਾਂ ਜਿਹੜਾ ਹੈ ਇਹਦੇ ਵਿੱਚ ਹੂ ਦੀ ਗੱਲ ਕਰ ਰਿਹਾ ਸੀ ਮੈਂ, WH ਵਰਡ ਦੇ ਕੁਐਸਚਨ ਸੀ, ਜਿਵੇਂ what do you do these days, I stay at home these days, I help my parents these days, I study at home these days। ਸੋ ਇਹਦੇ ਵਿੱਚ ਅਸੀਂ what ਦਾ ਜਵਾਬ ਦਿੱਤਾ, yes no ਚ ਜਵਾਬ ਨਹੀਂ ਦੇ ਸਕਦੇ। ਇੱਕ ਹੁੰਦੇ ਆ ਇੰਟਰੋਗੇਟਿਵ ਕੁਐਸਚਨ ਜਿਹੜੇ ਹੈਲਪਿੰਗ ਵਰਬ ਨਾਲ ਸ਼ੁਰੂ ਹੁੰਦੇ ਆ, ਜਿਵੇਂ ਮੈਂ ਜਲਦੀ ਨਾਲ ਦੱਸਦਾ, ਨੋਟ ਕਰ ਲੈਣਾ, do, does, did, is, am, are, was, were, has, have, had, modal auxiliaries ਹੁੰਦੇ ਆ, will, shall, would, should, can, could, may, might, must, ਹੋਰ ਵੀ ਹੁੰਦੇ ਆ dare ਜਾਂ need ਜਾਂ ought to। ਸੋ ਉਹਨਾਂ ਦੀ ਗੱਲ ਜਦੋਂ ਲੋੜ ਪਈ ਆਪਾਂ ਫਿਰ ਕਰਾਂਗੇ। ਸੋ ਇੱਥੇ ਮੈਂ ਟਾਈਪਸ ਆਫ ਕੁਐਸਚਨਸ ਦੀ ਗੱਲ ਦੱਸੀ ਹੈ ਕਿ ਇਹ ਹੈਲਪਿੰਗ ਵਰਬ ਨਾਲ ਸ਼ੁਰੂ ਹੋ ਰਿਹਾ। yes no question है, जवाब हाँ या ना चाहेगा। Does Sohan play hockey daily? Yes, he plays hockey daily। No, he does not play hockey daily। इस तरह से जवाब देंगे आप। सो इस तो बाद ਇਹ ਨੈਗੇਟਿਵ ਇੰਟਰੋਗੇਟਿਵ ਹੈ, ਕਈ ਵਾਰੀ ਕਨਫਰਮ ਕਰਨ ਲਈ ਜਾਂ ਆਪਣੀ ਗੱਲ ਹਾਂ ਜਾਂ ਨਾ ਵਿੱਚ ਕਰਵਾਉਣ ਲਈ ਇਹ ਵਰਡ ਸੈਂਟੈਂਸਿਸ ਆਪਾਂ ਜ਼ਿਆਦਾਤਰ ਯੂਜ਼ ਕਰਦੇ ਹਾਂ। Does Sohan not play daily? Does Sohan not play hockey daily? क्या सोहन हर रोज हॉकी नहीं खेलता? ਅਸੀਂ ਕਹਾਣਾ ਚਾਹੁੰਦੇ ਕਿ ਖੇਡਦਾ, ਕਿ ਮੈਨੂੰ ਪਤਾ ਹੈ, ਤੂੰ ਦੱਸ ਨਹੀਂ ਖੇਡਦਾ, ਉਸ ਤਰ੍ਹਾਂ ਦੀ ਸੈਂਸ ਇਹਦੇ ਵਿੱਚ ਆਉਂਦੀ ਹੈ। ਸੋ ਡਸ ਸੋਹਨ ਨਾਟ ਪਲੇ ਹਾਕੀ ਡੇਲੀ। ਇਹਦੇ ਵਿੱਚ ਇੱਕ ਚੀਜ਼ ਨੋਟ ਕਰਨ ਵਾਲੀ ਹੈ, ਨਾਟ ਦਾ ਪ੍ਰਯੋਗ। ਜੋ ਇੱਕ ਸਿੰਪਲ ਸਧਾਰਨ ਨੈਗੇਟਿਵ ਸੈਂਟੈਂਸ ਹੈ ਉਹਦੇ ਵਿੱਚ ਹੈਲਪਿੰਗ ਵਰਬ ਤੋਂ ਬਾਅਦ ਨਾਟ ਲੱਗਦਾ ਹੈ। ਸੋ ਇਟਸ ਵੈਰੀ ਸਿੰਪਲ, ਹੈਲਪਿੰਗ ਵਰਬ ਫੋਲੋਡ ਬਾय ਨਾਟ। ਬਟ ਜਿਹੜਾ ਨੈਗੇਟਿਵ ਵੀ ਹੈ ਤੇ ਇੰਟਰੋਗੇਟਿਵ ਵੀ ਹੈ ਉਹਦੇ ਵਿੱਚ ਸਬਜੈਕਟ ਤੋਂ ਬਾਅਦ ਨਾਟ ਲੱਗਦਾ। ਸੋ ਸਬਜੈਕਟ ਫੋਲੋਡ ਬਾय ਨਾਟ, ਉਸ ਤੋਂ ਬਾਅਦ ਵਰਬ ਲੱਗਦਾ। ਸੋ ਮੈਂ ਚਾਹਾਂਗਾ ਕਿ ਤੁਸੀਂ ਇਹ ਚਾਰ ਜੋ ਸੈਂਟੈਂਸਿਸ ਹੈ ਇਹਨਾਂ ਦੇ ਬਾਰੇ ਜੋ ਵੀ ਦੱਸਿਆ, ਇਹਨਾਂ ਦੀ ਟਾਈਪ, ਇਹਨਾਂ ਦੀ ਸਟਰਕਚਰ, ਇਹਨਾਂ ਦੀ ਬਣਤਰ, ਇਹਨਾਂ ਬਾਰੇ ਸਮਝਣ ਦੀ ਕੋਸ਼ਿਸ਼ ਕਰੋ। ਤੇ ਇਸ ਤੋਂ ਇਲਾਵਾ ਜੋ ਤੁਹਾਨੂੰ ਫਾਰਮੂਲਾ ਦੱਸਿਆ ਸਬਜੈਕਟ ਵਰਬ ਤੇ ਆਬਜੈਕਟ ਦਾ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸੋ ਅੱਗੇ ਚੱਲਦੇ ਹਾਂ ਥੋੜਾ। ਨੈਕਸਟ ਟਾਈਪ ਆਫ ਸੈਂਟੈਂਸ ਜੋ ਤੁਹਾਨੂੰ ਵੌਇਸ ਤੇ ਨਰੇਸ਼ਨ ਚ ਬਹੁਤ ਲੋੜ ਪੈਂਦੀ ਹੈ ਉਹ ਹੈ ਇੰਪੈਰੇਟਿਵ ਸੈਂਟੈਂਸ। ਇਹ ਤੁਹਾਨੂੰ ਅਗਰ ਸਮਝ ਆ ਜਾਂਦਾ ਤਾਂ ਫਿਰ ਵੌਇਸ ਤੇ ਨਰੇਸ਼ਨ ਚ ਪ੍ਰੋਬਲਮ ਨਹੀਂ ਆਏਗੀ ਜ਼ਿਆਦਾ, ਈਵਨ ਟ੍ਰਾਂਸਫੋਰਮੇਸ਼ਨ ਆਫ ਸੈਂਟੈਂਸਿਸ ਦੇ ਵਿੱਚ। ਸੋ ਇੰਪੈਰੇਟਿਵ ਫਿਫਥ ਟਾਈਪ ਹੋਗੀ ਸਾਡੀ ਇੰਪੈਰੇਟਿਵ ਸੈਂਟੈਂਸ। ਇੰਪੈਰੇਟਿਵ ਦੇ ਵਿੱਚ ਕੀ ਹੁੰਦਾ ਹੈ, ਇਹ ਵਿਦਾਊਟ ਸਬਜੈਕਟ ਹੁੰਦੇ ਆ, ਇਹ ਸਮਝਣ ਦੀ ਲੋੜ ਹੈ। ਹੁਣ ਤੱਕ ਅਸੀਂ ਗੱਲ ਕਰ ਰਹੇ ਸੀ ਨਾ, ਸਬਜੈਕਟ ਹੈ, ਸੋਨ 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 ਦੀ ਗੱਲ ਹੋ ਰਹੀ ਸੀ, ਬਟ ਇਹ ਸੈਂਟੈਂਸਿਸ ਦੇ ਵਿੱਚ ਸਬਜੈਕਟ ਨਹੀਂ ਹੁੰਦਾ। ਜੇ ਹੁੰਦਾ ਵੀ ਉਹ ਅੰਡਰਸਟੂਡ ਹੁੰਦਾ, ਉਹ ਦੱਸਿਆ ਨਹੀਂ ਜਾਂਦਾ, ਉਹ ਮਹਿਸੂਸ ਹੋ ਰਿਹਾ ਹੁੰਦਾ ਕਿ ਅਸੀਂ ਕਿਹਦੀ ਗੱਲ ਕਰਦੇ ਹਾਂ। ਫॉर एग्जांपल थैंक यू है ए सिंपल सेंटेंस, आई थैंक यू इंपैरेटिव नहीं है क्योंकि सब्जेक्ट अंडरस्टूड है। बट कुछ
इसनूं इंपैरेटिव के तौर पर ट्रीट भी किया जा सकता है, इसकी बाद च गल करांगे। इत्थे इंपैरेटिव की गल करते हैं कि विदाउट सबजैक्ट सेंटेंस होंदे आ। बेसिकली एक तो ये इन्हां दा पहचान है। दूसरी पहचान इंपैरेटिव की की है कि इहदे च ज्यादातर ऑर्डर की गल हो रही हुंदी है, रिक्वेस्ट की गल हो रही हुंदी है, एडवाइज की गई हुंदी है, जां फिर मनाही की गई हुंदी है, मना किया गया हुंदा है। हुक्म, बेनती, नसीहत जां मनाही, मना किया जाता है। सो थैंक यू नूं इसलिए मैं कहा दोनों पासे कंसिडर किया जा सकता है। अगर असीं उसनूं देख रहे हैं कि कोई रिक्वेस्ट वाले सेंस नाल लिया जा रहा है जां किसी नूं ऑबलीगेशन के सेंस नाल लिया जा रहा है, तो कैन बी कंसिडर्ड। अदरवाइज ਅਸੀਂ ਇਹ ਚਾਰ ਚੀਜ਼ਾਂ ਨੂੰ ਮੋٹے ਤੌਰ ਤੇ ਤੁਹਾਡੇ ਲੈਵਲ ਤੇ ਸਮਝਣ ਦੀ ਲੋੜ ਹੈ ਕਿ ਚਾਰ ਚੀਜ਼ਾਂ ਨੂੰ ਕੰਸੀਡਰ ਕਰਨਾ ਹੈ। ਦੇਖੋ ਕਿਵੇਂ, ਫॉर ਐਗਜ਼ਾਮਪਲ ਸਿਟ ਡਾਊਨ, ਤਾਂ ਹੁਣ ਇਹਦੇ ਚ ਵਰਬ ਹੈ, ਨਾਲ ਇਹਦੇ ਵਿੱਚ ਐਡਵਰਬ ਹੈ। ਸੋ ਸਿਟ ਡਾਊਨ, ਬੈਠ ਜਾਓ। अंडरस्टूड है कि सामने वाले को कहा जा रहा है, बट वो लिखा या बोलिया नहीं जा रहा, जिवें आपां कहते हैं यू सिट डाउन। सो बट इन रिटन, इन स्पोकन, इट्स विदाउट सब्जेक्ट एंड देयर इज एन ऑर्डर इन इट। इहदे च ऑर्डर की गल है, हुक्म दिता जा रहा है, इसलिए ये इंपैरेटिव सेंटेंस हो गया, ये पहचान करने लई दस रहा है। ऐसी तरह अगर असीं कह दांगे प्लीज सिट डाउन, प्लीज सिट डाउन, तो ये रिक्वेस्ट आ गई है। इसलिए ये भी इंट्रोगेटिव थोड़ा इंपैरेटिव सेंटेंस है, रिक्वेस्ट आ गई है इसके बीच। ओके, प्लीज सिट डाउन, ये थां ते काइंडली भी हो सकता है, काइंडली सिट डाउन। ओके, अगे एडवाइस है, जिवें आपां कहंदे हैं वर्क हार्ड जां ओबे योर पेरेंट्स, ओबे योर पेरेंट्स, नसीहत दी गई है, साफ नजर आ रही है सेंस तो। अगेन स्टार्ट्स विद वर्ब। इंपैरेटिव सेंटेंस ज्यादातर हमेशा ही वर्ब की पहली फॉर्म ना शुरू होता है, विदाउट सब्जेक्ट। ऑब्जेक्ट हो सकता है, एडवर्बियल हो सकता है, बट सब्जेक्ट नहीं लिखा जाता या बोलिया जाता। वर्ब की फर्स्ट फॉर्म होती है, सिर्फ वर्ब की फर्स्ट फॉर्म। सिट, ओबे फर्स्ट फॉर्म है। सो ओबे योर पेरेंट्स, ये एडवाइस की गई है, ये एडवाइस है, तो इसलिए एक इंपैरेटिव सेंटेंस हो गया। इसी तरह मना होंदा है डू नॉट गो आउट। आजकल स्टे होम, स्टे सेफ मजबूरी है, जरूरी भी है, समझदारी भी है, बहादुरी कोई नहीं है। आजकल डरन दे विच ही बचाव है, बचो, जो भी ये बीमारी चल रही है इस तो बचन की लोड़ है। डू नॉट गो आउट, सो ये मना किया जा रहा है, ये फॉरबिड है, मना ही है, फॉरबिड किया जा रहा है। सो ये मना ही है। सो इस तरह के सेंटेंसिस होंगे हैं। जिहड़ी एडवाइस है नेगेटिव च भी हो सकती है, नैवर चीट अदर्स, दूसरिਆਂ ਨੂੰ कदे धोखा ना दो। एडवाइस ते नेगेटिव च की फर्क है, आप कहांगे डू नॉट चीट अदर्स। मान लो आप दोनों को कंपेयर करते हैं, डू नॉट चीट मी, मान लो मैं इत्थे कहता मी, ਇਹਦੇ ਵਿੱਚ एक्चुअली वंस की गल है, इक्को समय की गल है, मैनूं धोखा ना दो, मैनूं पता तुसीं की कर रहे हो। तो वह एक तरह का ऑर्डर भी है, वो एक तरह का मनाही भी है, मना किया जा रहा है, मैनूं धोखा देने की कोशिश ना करो, मैनूं इन्ना पता है तुसीं की कह रहे हो। इत्थे हमेशा के लिए है, नैवर चीट अदर्स, कदे भी किसी को धोखा ना दो। सो ये नसीहत होगी जो एक व्यापक रूप दे विच है, हमेशा के लिए है, सर्व व्यापक है। तो उस दे लई ये एक फर्क है, कई बार बच्चों में कन्फ्यूजन होती है। सो एक टाइप अज आपां होर करांगे, दैट इज एक्सक्लेमेटरी। एक्सक्लेमेटरी सेंटेंसिस दे विच साइन ऑफ एक्सक्लेमेशन होंदी है, हैरानीवाचक होंदे हैं। तां इन्हां दे विच नंबर 1 जां तां हुर्रा दी गल होंदी है जां ओ दी गल होंदी है, ये जॉय शो करदा है। ऐसे तरह अलास दी गल होंदी है जां ओ असीं दुख च भी कह दिंदे हैं,
ਇਹ sorrow ਦੀ ਗੱਲ ਕਰਦਾ ਹੈ। ਐਸੇ ਤਰ੍ਹਾਂ what a ਜਾਂ how ਇਸ ਤਰ੍ਹਾਂ ਦੀ ਗੱਲ ਹੁੰਦੀ ਹੈ। ਇਹ ਵੰਡਰ ਜਾਂ ਸਰਪ੍ਰਾਈਜ਼ ਦੀ ਗੱਲ ਕਰਦਾ ਹੈ। ਵੰਡਰ ਜਾਂ ਸਰਪ੍ਰਾਈਜ਼ ਦੀ ਗੱਲ ਕਰਦਾ ਹੈ। ਸੋ ਐਕਸਕਲੇਮੇਟਰੀ ਇਹ ਮੈਂ ਮੋਟੇ ਤੌਰ ਤੇ ਤੁਹਾਨੂੰ ਦੋ ਤਿੰਨ ਤਰ੍ਹਾਂ ਦੇ ਦੱਸ ਰਿਹਾ। ਅੱਗੇ ਆਪਟੇਟਿਵ ਵੀ ਆ ਜਾਂਦੇ, ਉਹਨਾਂ ਦੀ ਗੱਲ ਅਲੱਗ ਤੌਰ ਤੇ ਕਰਾਂਗੇ। ਹਾਲੇ ਮੋਟੇ ਤੌਰ ਤੇ ਕਿਉਂਕਿ ਅਸੀਂ ਸੈਂਟੈਂਸਿਸ ਦੀ ਬਣਤਰ ਸਮਝ ਰਹੇ ਹਾਂ, ਇਸ ਤੋਂ ਬਾਅਦ ਸਾਨੂੰ ਇਹ ਵੌਇਸ ਦੇ ਵਿੱਚ ਲੋੜ ਪਏਗੀ, ਨਰੇਸ਼ਨ 'ਚ ਲੋੜ ਪਏਗੀ। ਉਸ ਚੀਜ਼ ਨੂੰ ਮੈਂ ਮੱਦੇਨਜ਼ਰ ਰੱਖ ਕੇ ਹੀ ਤੁਹਾਨੂੰ ਉਹਨਾਂ ਕੀ ਦੱਸ ਰਿਹਾ। ਸੋ ਐਕਸਕਲੇਮੇਟਰੀ ਸੈਂਟੈਂਸਿਸ ਦੀ ਟਾਈਪ ਕਿਵੇਂ ਹੈ? ਜਿਵੇਂ ਹੁਰਰਾ, we have won। ਐਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ alas, I have lost। ਐਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ what a big trouble। ਅੱਜ ਕੱਲ ਤੁਹਾਨੂੰ ਮਹਿਸੂਸ ਹੋ ਰਿਹਾ ਹੋਵੇਗਾ ਘਰੋਂ ਬਾਹਰ ਨਹੀਂ ਜਾ ਸਕਦੇ, ਕੁਝ ਵੀ ਨਹੀਂ ਕਰ ਪਾ ਰਹੇ, ਸਿਰਫ ਘਰਦਿਆਂ ਦੀ ਨਿਗਰਾਨੀ ਵਿੱਚ। ਇਹ ਕੁਝ ਫਾਇਦੇ ਲਈ ਵੀ ਹੈ। what a big trouble। ਸੋ ਮੈਂ ਐਗਜ਼ਾਮਪਲ ਦਿੱਤੀ ਹੈ। ਐਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ how huge building। ਇਹ ਕਈ ਵਾਰੀ ਅਧੂਰਾ ਵੀ ਹੁੰਦਾ ਹੈ, ਕਿਉਂਕਿ ਜਦੋਂ ਆਪਾਂ ਹੈਰਾਨ ਹੋ ਕੇ ਕੋਈ ਗੱਲ ਕਰਦੇ ਹਾਂ ਤਾਂ ਅਸੀਂ ਇਸ ਤਰੀਕੇ ਨਾਲ ਕਹਿ ਸਕਦੇ ਹਾਂ। ਸੋ ਅੱਜ ਲਈ